ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕ। ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਪੌੜੀ ਖੇਲਤ ਖੇਲਤ ਆਇਓ, ਅਨੇਕ ਜੋਨ ਦੁਖ ਪਾਏ। ਖੇਦ ਮਿਟੇ ਸਾਧੂ ਮਿਲਤ, ਸਤਿਗੁਰ ਬਚਨ ਸਮਾਏ। ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ। ਖਰੀ ਕਿਰਪਾ ਠਾਕੁਰ ਭਈ, ਆਨੰਦ ਸੁਖ ਬਿਸਰਾਮ। ਖੇਪ ਨਿਵਾਹੀ ਬਹੁਤ ਲਾਭ, ਘਰ ਆਏ ਪਤਵੰਤ। ਖਰਾ ਦਿਲਾਸਾ ਗੁਰ ਦੀਆ, ਆਏ ਮਿਲੇ ਭਗਵੰਤ। ਆਪਨ ਕੀਆ ਕਰੈ ਆਪ, ਆਗੇ ਪਾਛੈ ਆਪ। ਨਾਨਕ ਸੋ ਸਰਾਹੀਐ, ਜੇ ਘਟ ਘਟ ਰਹਿਆ ਬਿਆਪ। ਆਪਨ ਕੀਆ ਕਰੈ ਆਪ, ਆਗੇ ਪਾਛੈ ਆਪ। ਨਾਨਕ ਸੋ ਸਰਾਹੀਐ, ਜੇ ਘਟ ਘਟ ਰਹਿਆ ਬਿਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਜੁੜ ਕਰਕੇ ਬੈਠੇ ਗੁਰੂ ਸਵਾਰਿਓ, ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਵਿੱਚ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ, ਜਿੱਥੇ ਆਪ ਜੀ ਬੜੇ ਪ੍ਰੇਮ ਸਹਿਤ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਪਾਵਨ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸੀ। ਆਓ ਕੁਝ ਸਮਾਂ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਜਿਸ ਤਰ੍ਹਾਂ ਸਿੰਘ ਸਾਹਿਬ ਜੀ ਬੇਨਤੀ ਕਰ ਰਹੇ ਸਨ ਕਿ ਜਿੰਨੀ ਦੇਰ
ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਨਹੀਂ ਜੁੜਦੇ, ਓਨੀ ਦੇਰ ਗੁਰੂ ਦਾ ਉਪਦੇਸ਼ ਉਹ ਸਾਡੀ ਸਮਝ ਗੋਚਰੇ ਨਹੀਂ ਹੁੰਦਾ। ਸੋ ਬਹੁਤ ਵੱਡੀ ਲੋੜ ਹੈ ਜੋ ਕਿ ਸਮੇਂ ਅੰਦਰ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਆਓ ਸਾਧ ਸੰਗਤ ਚੱਲ ਰਹੀ ਲੜੀ ਦੇ ਤਹਿਤ ਪਾਵਨ ਬਾਣੀ ਗੌੜੀ 52 ਅੱਖਰੀ, ਜਿਸ ਦਾ 53 ਨੰਬਰ ਸ਼ਲੋਕ ਅਤੇ ਪੌੜੀ, ਇਸ ਦਾ ਪਾਠ ਆਪਾਂ ਨੇ ਸਰਵਨ ਕੀਤਾ ਹੈ। ਆਓ ਇਹਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੌੜੀ 52 ਅੱਖਰੀ ਪੰਚਮ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ, ਜਿਸ ਦੇ ਅੰਦਰ 53 ਨੰਬਰ ਪੌੜੀ ਦੇ ਨਾਲ ਇੱਕ ਸ਼ਲੋਕ ਹਜੂਰ ਸੱਚੇ ਪਾਤਸ਼ਾਹ ਨੇ ਦਰਜ ਕੀਤਾ ਹੈ। ਸ਼ਲੋਕ ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕ, ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਸੰਸਾਰ ਦੇ ਅੰਦਰ ਜਿੰਨੇ ਵੀ ਜੀਵ ਹਨ, ਇਹਨਾਂ ਸਾਰੇ ਜੀਵਾਂ ਦੇ ਅੰਦਰ ਕੁਝ ਬੇਸਿਕ ਲੋੜਾਂ ਹਨ। ਉਹਨਾਂ ਲੋੜਾਂ ਦੀ ਪੂਰਤੀ ਵਾਸਤੇ ਆਪਾਂ ਵੇਖਦੇ ਹਾਂ ਸਾਰੇ ਜੀਵ ਹੀ ਭਜਨ ਅੱਠ ਦੇ ਵਿੱਚ ਲੱਗੇ ਹੋਏ ਨੇ। ਜਦੋਂ ਦਿਨ ਚੜ੍ਹਦਾ ਏ ਆਪਾਂ ਵੇਖਦੇ ਛੋਟੇ ਤੋਂ ਛੋਟਾ ਜੀਵ ਉਹ ਵੀ ਪ੍ਰਵਾਸ ਸ਼ੁਰੂ ਕਰ ਦਿੰਦਾ, ਸਫ਼ਰ ਸ਼ੁਰੂ ਕਰ ਦਿੰਦਾ ਹੈ। ਇੱਕ ਕੀੜੀ ਵੀ ਆਪਣੀ ਖੁੱਡ ਦੇ ਵਿੱਚੋਂ ਬਾਹਰ ਨਿਕਲ ਕੇ ਤੁਰ ਪੈਂਦੀ ਹੈ ਭੋਜਨ ਦੀ ਤਲਾਸ਼ ਦੇ ਅੰਦਰ। ਪੰਛੀ ਜਿਹੜੇ ਨੇ ਉਹ ਵੀ ਆਪਣੇ ਆਲ੍ਹਣੇ ਛੱਡ ਕੇ ਉਡਾਰੀਆਂ ਮਾਰਦੇ ਨੇ। ਇਸੇ ਪ੍ਰਕਾਰ ਜੇ ਮਨੁੱਖ ਦੀ ਗੱਲ ਕਰੀਏ ਤੇ ਮਨੁੱਖ ਨੇ ਵੀ ਦਿਨ ਚੜ੍ਹਦਿਆਂ ਹੀ ਆਪਣੀ ਨਿਤ ਦੀ ਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੰਦਾ ਹੈ। ਪਰ ਇੱਥੇ ਇੱਕ ਬਹੁਤ ਵੱਡਾ ਅੰਤਰ ਹੈ, ਫਰਕ ਹੈ ਬਾਕੀ ਜੀਵਾਂ ਦੇ ਅੰਦਰ ਤੇ ਮਨੁੱਖ ਦੇ ਅੰਦਰ। ਜਿੰਨੇ ਵੀ ਜੀਵ ਨੇ, ਭਾਵੇਂ ਕੋਈ ਛੋਟਾ ਜੀਵ ਹੈ ਭਾਵੇਂ ਕੋਈ ਵੱਡਾ ਹੈ, ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਸਰ ਕਰਨ ਦੇ ਲਈ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਹੀ ਯਤਨ ਕਰਦੇ ਨੇ, ਉਸ ਤੋਂ ਵੱਧ ਕੇ ਹੋਰ ਕੁਝ ਨਹੀਂ। ਪਰ ਇਕੱਲਾ ਮਨੁੱਖ ਹੀ ਹੈ ਜਿਹੜਾ ਆਪਣੀਆਂ ਲੋੜਾਂ ਤੋਂ ਵੱਧ ਕੇ ਹੋਰ ਬਹੁਤ ਕੁਝ ਇਕੱਠਾ ਕਰਨ ਦੀਆਂ ਸਕੀਮਾਂ ਘੜਦਾ ਰਹਿੰਦਾ ਹੈ। ਇੰਨਾ ਕੁ ਇਕੱਠਾ ਕਰ ਚੁੱਕਾ ਹੈ ਕਿ ਕਈ ਸਾਲ, ਕਈ ਦਹਾਕੇ, ਕਈ ਸਦੀਆਂ ਵੀ ਉਹ ਰਸਤ ਪਾਣੀ ਭਾਵੇਂ ਨਾ ਮੁੱਕੇ, ਫਿਰ ਵੀ ਇਹਦੀ ਦੌੜ ਲੱਗੀ ਹੋਈ ਹੈ ਕਿ ਹੋਰ ਪ੍ਰਾਪਤ ਕਰ ਲਵਾਂ, ਹੋਰ ਪ੍ਰਾਪਤ ਕਰ ਲਵਾਂ। ਤੇ ਇਹ ਹੋਰ ਪ੍ਰਾਪਤੀ ਦੇ ਚੱਕਰ ਦੇ ਅੰਦਰ ਇਸ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੇ ਇਸ ਕੀਮਤੀ ਮਨੁੱਖਾ ਜਨਮ ਨੂੰ ਅਜਾਈਂ ਹੀ ਗਵਾ ਬੈਠਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਸ਼ਲੋਕ ਦੇ ਅੰਦਰ ਬੜਾ ਪਿਆਰਾ ਜ਼ਿਕਰ ਕਰਦੇ ਨੇ, ਨਿਸ ਦਿਨ ਮਾਇਆ ਕਾਰਨੇ
ਪ੍ਰਾਨੀ ਡੋਲਤ ਨੀਤ। ਕਹਿੰਦੇ ਦਿਨੇ ਰਾਤ ਡੋਲਦਾ ਫਿਰਦਾ ਹੈ, ਭਟਕਦਾ ਹੈ, ਚਿੰਤਾ ਦੇ ਵਿੱਚ ਰਹਿੰਦਾ ਏ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਹਿੰਦੇ ਕਰੋੜਾਂ ਦੇ ਵਿੱਚੋਂ ਇੱਕ ਕੋਈ ਵਿਰਲਾ ਹੀ ਮਨੁੱਖ ਹੁੰਦਾ ਏ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਉਹ ਯਤਨ ਕਰਦਾ ਏ ਤੇ ਚਿੱਤ ਵਿੱਚ ਪਰਮੇਸ਼ਰ ਨੂੰ ਵਸਾ ਕੇ ਰੱਖਦਾ। ਐਸਾ ਕੋਈ ਮਨੁੱਖ ਵਿਰਲਾ ਹੀ ਹੈ। ਨਹੀਂ ਤੇ ਬਹੁਤਿਆਂ ਦੀ ਜਿਹੜੀ ਹਾਲਤ ਹੈ ਉਹ ਇਹੋ ਹੀ ਹੈ, ਡੋਲਣ ਵਾਲੀ, ਭਟਕਣ ਵਾਲੀ ਤੇ ਚਿੰਤਾ ਵਾਲੀ। ਤੇ ਮਹਾਰਾਜ ਕਹਿੰਦੇ ਨੇ ਇਹ ਮਨੁੱਖਾ ਜਨਮ ਦਾ ਜਿਹੜਾ ਕੀਮਤੀ ਸਮਾਂ ਸੀ, ਇਹਨੇ ਸੋਚਿਆ ਕਿ ਮੈਂ ਕੁਝ ਇਕੱਠਾ ਕਰ ਲਵਾਂ, ਬਹਿ ਕੇ ਖਾਵਾਂਗਾ। ਤੇ ਤੁਸੀਂ ਵੇਖਦੇ ਹੋ ਕਈ ਵਾਰੀ ਬੰਦੇ ਦੀ ਸਾਰੀ ਉਮਰ ਜੋੜਦਿਆਂ ਦੀ ਲੰਘ ਜਾਂਦੀ ਹੈ, ਜੋੜਦਾ ਰਹਿੰਦਾ, ਜੋੜਦਾ ਰਹਿੰਦਾ। ਧਨ ਨੂੰ ਜੋੜਨ ਦੇ ਲਈ ਆਪਣੇ ਤਨ ਦਾ ਵੀ ਖਿਆਲ ਨਹੀਂ ਕਰਦਾ। ਕਹਿੰਦਾ ਇਕੱਠਾ ਕਰ ਲਵਾਂ, ਬਹਿ ਕੇ ਛਕਾਂਗਾ। ਆਪਣੇ ਤਨ ਦੀ ਪਰਵਾਹ ਵੀ ਨਹੀਂ ਕੀਤੀ। ਬਹੁਤ ਧਨ ਜੋੜ ਲਿਆ ਪਰ ਤਨ ਰੋਗੀ ਹੋ ਗਿਆ। ਜੋੜਿਆ ਹੋਇਆ ਧਨ ਹੁਣ ਤਨ ਦੇ ਰੋਗ ਨੂੰ ਖਤਮ ਕਰਨ ਦੇ ਲਈ ਫਿਰ ਖਰਚੇ ਕੀਤਾ ਤੇ ਪੱਲੇ ਕੁਝ ਵੀ ਨਾ ਪਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਲੋਕ ਦੇ ਅੰਦਰ, ਕਹਿੰਦੇ ਇਸੇ ਪ੍ਰਕਾਰ ਇਸ ਮਨੁੱਖ ਦੀ ਜ਼ਿੰਦਗੀ ਦਾ ਸਮਾਂ ਜਿਹੜਾ ਲੰਘਦਾ ਜਾ ਰਿਹਾ ਏ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਕਹਿੰਦੇ ਇੱਕ ਜਨਮ ਦੀ ਗੱਲ ਨਹੀਂ, ਕਈ ਜਨਮ ਹੋ ਗਏ ਨੇ ਇਹਦੇ ਇਸੇ ਤਰ੍ਹਾਂ ਹੀ ਭਟਕਦਿਆਂ ਦੇ। ਖਾਣ ਪੀਣ ਹੱਸਣ ਖੇਡਣ ਦੇ ਵਿੱਚ ਮਸਤ ਹੋ ਗਿਆ, ਮਾਇਆ ਦੀਆਂ ਖੇਡਾਂ ਖੇਡਦਾ ਰਹਿੰਦਾ ਹੈ। ਕਹਿੰਦੇ ਕਿੰਨਾ ਸਮਾਂ ਲੰਘ ਗਿਆ ਜ਼ਿੰਦਗੀ ਦਾ, ਕਿੰਨੇ ਜਨਮੇ ਦੇ ਇਸੇ ਤਰ੍ਹਾਂ ਬਤੀਤ ਹੋ ਚੁੱਕੇ ਨੇ। ਤੇ ਹੁਣ ਜਦੋਂ ਮਨੁੱਖਾ ਦੇਹ ਪ੍ਰਾਪਤ ਕਰਕੇ ਸੰਸਾਰ ਦੇ ਅੰਦਰ ਆਇਆ ਹੈ, ਉਹੋ ਹੀ ਮਾਇਆ ਦੀਆਂ ਖੇਡਾਂ ਇਹਨੇ ਫਿਰ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਤੇ ਸਾਰੀ ਉਮਰ ਇਹ ਮਾਇਆ ਦੀਆਂ ਖੇਡਾਂ ਖੇਡਦਾ ਰਹਿੰਦਾ ਹੈ, ਖਾਂਦਾ ਪੀਂਦਾ ਇਸ ਮਾਇਆ ਦੇ ਖੇਡਾਂ ਨੂੰ ਖੇਡਦਿਆਂ ਹੋਇਆਂ ਆਪਣੇ ਸਵਾਸਾਂ ਰੂਪੀ ਕੀਮਤੀ ਪੂੰਜੀ ਜਿਹੜਾ ਸਰਮਾਇਆ ਮਿਲਿਆ ਸੀ ਉਹ ਵੀ ਗਵਾ ਕੇ ਚਲਿਆ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਕਿਸੇ ਵਿਰਲੇ ਮਨੁੱਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਵਾਵਾ ਵਾਰੀ ਆਈਆ ਮੂੜੇ ਵਾਸਦੇਵ ਤੁਧ ਵੀਸਰਿਆ। ਕੋਈ ਵਿਰਲਾ ਮਨੁੱਖ ਸਮਝਦਾ ਹੈ ਕਿ ਇਹ ਤਾਂ ਮੈਨੂੰ ਇੱਕ ਸੁਨਹਿਰੀ ਮੌਕਾ ਮਿਲਿਆ ਸੀ, ਇਹ ਤੇ ਮੈਨੂੰ ਵਾਰੀ ਮਿਲੀ ਸੀ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਦੇ ਲਈ, ਪਰ ਵਾਰੀ ਨੂੰ ਸਾਂਭ ਨਹੀਂ ਸਕਿਆ, ਮੌਕਾ ਨਹੀਂ ਸਾਂਭ ਸਕਿਆ। ਜਿਹੜਾ ਗੋਲਡ ਚਾਂਸ ਮਿਲਿਆ ਸੀ ਉਹਨੂੰ ਸਾਂਭ ਨਹੀਂ ਸਕਿਆ। ਤੇ ਸਾਧ ਸੰਗਤ ਮਾਇਆ ਦੀਆਂ ਖੇਡਾਂ ਖੇਡਦਿਆਂ ਹੋਇਆਂ ਕੀਮਤੀ ਸਮਾਂ ਅਜਾਈਂ ਗਵਾਚ ਗਿਆ। ਵਿਰਲੇ ਮਨੁੱਖ ਨੇ ਜਿਹੜੇ ਇਹ ਬੇਨਤੀ ਕਰਦੇ ਨੇ, ਤਰਲਾ ਲੈ ਕੇ ਅਰਦਾਸ ਕਰਦੇ ਨੇ, ਤੇ ਉਹ ਅਰਦਾਸ ਕੀ ਹੈ, ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਜਿਹੜੇ ਇਹ ਬੇਨਤੀ ਕਰਦੇ ਨੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਹੇ ਵਾਹਿਗੁਰੂ ਤੂੰ ਆਪ ਹੀ ਕਿਰਪਾ ਕਰਕੇ ਇਸ ਭਵਜਲ ਸੰਸਾਰ ਦੇ ਅੰਦਰ ਮਾਇਆ ਦੇ ਮੋਹ ਤੋਂ ਸਾਨੂੰ ਆਪ ਬਚਾ ਸਕਦਾ ਹੈ। ਤੂੰ ਇਸ ਮੋਹ ਦੇ ਚਿੱਕੜ ਵਿੱਚ ਅਸੀਂ ਫਸੇ ਹੋਏ ਆ, ਤੂੰ ਆਪ ਹੀ ਕਿਰਪਾ ਕਰਕੇ ਸਾਨੂੰ ਕੱਢ ਲੈ, ਆਪ ਹੀ ਬਚਾ ਲੈ। ਕਹਿੰਦੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਏ ਉਹ ਫਿਰ ਇਉਂ ਬੇਨਤੀਆਂ ਕਰਦੇ ਨੇ, ਉਹ ਅਰਦਾਸਾਂ ਕਰਦੇ ਨੇ, ਪਰ ਬੇਸਮਝੀ ਦੇ ਅੰਦਰ
इस मोह दे विच बंदा फसिया रहिंदा है, माया दियां खेडां खेडदा रहिंदा है। ते साध संगत गुरु सतगुरु पातशाह जी कहंदे जे खेड खेडनी है ते माया दियां खेडां छड्ड के गुरु दे उपदेश नूं कमाउण वाली खेड खेड। ऐसी कला ना खेडिए जित दरगाह गया हारिए। कहंदे तू ऐसी खेड ना खेडी माया दी जिहदे करके तू अपने जीवन दी बाजी किते हार के चलिया जाए, तैनू दरगाह दे विच शर्मिंदा होना पवे। बड़ियां खेडां ने, जुआ भी तो एक खेड ही है ना, लोग खेडते ने, फड़े जाते ने, बड़ी शर्मिंदगी हुंदी है कि जुआ खेडदा सी हार गया जां पुलिस ने फड़ लिया। ये भी एक माया की खेड है। पर सतगुरु कहंदे तू खेड ऐसी खेड जिहदे नाल तू जिंदगी की बाजी नूं जित के संसार तो जावें। ते ओ खेड किहड़ी है? वो खेड है साध संगत धर्म की खेड। सतगुरु जी बाणी दे अंदर समझाउंदे ने, कहंदे पर धर्म वाली खेड कोई विरला मनुख ही खेडदा है। दुनियावी खेडां दे विच आपां वेखदे हां कोई बंदा जित जांदा है ते कोई बंदा हार जांदा है। जिहड़ा जित गया वो बड़ी खुशी मनाउंदा है ते हारिया होया नमोशी दे नाल बह जांदा है। सतगुरु कहंदे जे तू धर्म वाली खेड खेडे ते उत्थे तैनू कदे निराश नहीं होना पवेगा, तैनू निराशता नहीं मिलेगी। धर्म वाली खेड खेड के तू जीवन की बाजी नूं जित सकदा है। ते सतगुरु जी आवाज मारदे ने, जाओ तो प्रेम खेलन का चाओ, सिर तर तली गली मेरी आओ। इत मार्ग पैर तरीजै, सिर दीजै कान ना कीजै। हुण माया दियां खेडां विच जीव बड़ा मस्त हो चुका है, इहदा चित्त लगा होया है। ते साध संगत तुसीं खिडारियां नूं खेडां खेडदे वेख्या होवेगा। खिडारी खेड दे विच इन्ना ज़्यादा मस्त हो गया, खुब गया, उन्हों कुछ भी नज़र नहीं आ रहा। उन्होंने इको निशाना नज़र आ रहा कि मैं इस खेड दे विच जित प्राप्त करनी है। खेडां खेडदियां होइयां कई बारी खिडारियां दे सट्टां भी वज जांदियां ने, खून भी निकल आउंदा है, पर उन्हां दा ध्यान उधर हुंदा ही नहीं। देखण वाले लोग कहणगे कि इहदे सट लग गई है, खून निकल रहा है, पर उहदा ध्यान उधर नहीं। उहदा ध्यान जित वाले पासे है कि मैं जित के जाना है, मैं हारना नहीं। वो सट्टां दी चोटां दी परवाह नहीं करदे। ते सतगुरु कहंदे जिहड़े जीव गुरु के उपदेश नूं कमाउंदे ने, धर्म वाली खेड खेडदे ने, वो भी फिर दुनिया की परवाह कीते बगैर इको लक्ष्य इको निशाना मिथ के चलते ने कि असीं अपनी जीवन की बाजी नूं जित के जाना है। ते गुरु तेग बहादुर साहब महाराज जी गौड़ी राग दे अंदर बड़े प्यारे बचनां दे राहीं सानू सोझी बख्शिश करते ने। साधो मन का मान त्यागो, काम क्रोध संगत दुर्जन की ताते अहनस भागो रहाओ। कहंदे तू माया दियां खेडां खेडदा है, खांदियां पींदियां हसदियां खेडदियां पता नहीं किन्ना कुछ समा तेरा लंघ गया जिंदगी दा। आ मैं तेनू ऐसी खेड खिडावांगा, ऐसी जुगत तेनू दसांगा, तू जिंदगी की बाजी जित के भवजल सागर तो पार हो जाएगा। माया दियां खेडां खेडदियां किन्ने लोग डुब गए, किन्ने लोग फस गए इत्थे माया दियां सौदेबाजियां विच, खांदियां पींदियां स्वादां विच किन्ने लोग फसे हुए ने। ते साध संगत जिहड़ा बंदा माया दे मोह विच फस जांदा है ना, उहदा निकलना बड़ा औखा है।
ਚੋਰੀ ਕਰਨ ਵਾਲਾ ਚੋਰ, ਜਿਹਨੂੰ ਚਸਕਾ ਪੈ ਗਿਆ ਹਰਾਮਖੋਰੀ ਦਾ, ਸੈਂਕੜੇ ਵਰੀ ਚੋਰੀਆਂ ਕਰਦਾ ਫੜਿਆ ਵੀ ਜਾਂਦਾ, ਲੋਕ ਕੁੱਟਦੇ ਵੀ ਨੇ, ਜੇਲ੍ਹ ਵਿੱਚ ਸਜ਼ਾ ਵੀ ਭੋਗ ਕੇ ਆਉਂਦਾ ਏ, ਪਰ ਫਿਰ ਵੀ ਉਹ ਛੱਡਦਾ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿੰਨੀ ਦੇਰ ਮੌਕੇ ਤੇ ਉਹਨੂੰ ਲੋਕ ਕੁੱਟ-ਕੁੱਟ ਕੇ ਮਾਰ ਨਾ ਦੇਣ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਕਈ ਵਾਰੀ ਚੋਰ ਸੰਨ ਲਾਉਂਦਾ, ਮੌਕੇ ਤੇ ਫੜਿਆ ਜਾਂਦਾ ਹੈ ਤੇ ਗੁੱਸੇ ਵਿੱਚ ਆਏ ਲੋਕ ਕੁੱਟ-ਕੁੱਟ ਕੇ ਚੋਰ ਨੂੰ ਮਾਰ ਦਿੰਦੇ ਨੇ। ਕਹਿੰਦੇ ਜਿੰਨੀ ਦੇਰ ਮਰਦਾ ਨਹੀਂ, ਓਨੀ ਦੇਰ ਛੱਡ ਨਹੀਂ ਸਕਦਾ। ਤੇ ਸਤਿਗੁਰੂ ਕਹਿੰਦੇ ਐਸੇ ਮੋਹ ਵਿੱਚ ਫਸ ਕੇ ਜ਼ਿੰਦਗੀ ਗਵਾਉਣ ਦੇ ਨਾਲੋਂ ਚੰਗਾ ਹੈ ਗੁਰੂ ਕਾ ਉਪਦੇਸ਼ ਕਮਾ ਕੇ ਤੂੰ ਧਰਮ ਵਾਲੀ ਖੇਡ ਖੇਡ। ਤੇ ਸਾਧ ਸੰਗਤ, ਜਦੋਂ ਮਨੁੱਖ ਧਰਮ ਦੀ ਖੇਡ ਖੇਡੇਗਾ, ਗੁਰੂ ਕੇ ਉਪਦੇਸ਼ ਨੂੰ ਕਮਾਏਗਾ, ਤੇ ਉਦੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਤਿਆਗ ਕਰਨਾ ਜ਼ਰੂਰੀ ਹੈ। ਮਹਾਰਾਜ ਕਹਿੰਦੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨ ਸੁਭਾਗੋ ਰਹਾਓ। ਸੁਖ ਦੁਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤੇ ਮਹਾਰਾਜ ਕਹਿੰਦੇ ਇਹ ਖੇਡ ਹੈ ਬੜੀ ਔਖੀ, ਧਰਮ ਵਾਲੀ ਖੇਡ। ਗੁਰੂ ਕੇ ਉਪਦੇਸ਼ ਨੂੰ ਕਮਾਉਣਾ ਤੇ ਉਹਦੇ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰਨੀ, ਇਹ ਖੇਡ ਹੈ ਬੜੀ ਔਖੀ। ਵਿਰਲੇ ਗੁਰਮੁਖ ਨੇ ਜਿਹੜੇ ਇਹ ਖੇਡ ਖੇਡਦੇ ਨੇ ਤੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਤੋਂ ਜਾਂਦੇ ਨੇ, ਇਸ ਭਵਜਲ ਸਾਗਰ ਤੋਂ ਪਾਰ ਹੁੰਦੇ ਨੇ। ਨਹੀਂ ਤੇ ਬਹੁਤੇ ਮਾਇਆ ਦੀਆਂ ਖੇਡਾਂ ਖੇਡਦਿਆਂ ਹੋਇਆਂ ਮਾਇਆ ਦੇ ਮੋਹ ਵਿੱਚ, ਚਿੱਕੜ ਵਿੱਚ ਇਹੋ ਜਿਹਾ ਫਸ ਜਾਂਦੇ ਨੇ, ਸਾਰੀ ਉਮਰ ਉਹਨਾਂ ਦੀ ਐਵੇਂ ਲੰਘ ਜਾਂਦੀ ਹੈ ਫਸਿਆਂ ਹੋਇਆਂ ਦੀ। ਸਾਧ ਸੰਗਤ, ਇੱਕ ਗਰੀਬ ਘਾਈ ਘਾਹ ਖੋਤ ਕੇ ਗੁਜ਼ਾਰਾ ਕਰਦਾ ਹੈ। ਇਹਦੇ ਕੋਲ ਇੱਕ ਦਾਤਰੀ ਤੇ ਪੱਲੀ ਹੈ, ਮੈਲੇ ਜੇ ਇਹਦੇ ਕੱਪੜੇ ਨੇ। ਕਹਿੰਦੇ ਇੱਕ ਦਿਨ ਸਿਖਰ ਦੁਪਹਿਰਾ ਸੜਕ ਦੇ ਕੰਢੇ ਬੈਠਾ ਘਾਹ ਖੋਤ ਰਿਹਾ ਸੀ, ਤੇ ਕੋਈ ਬਹੁਤ ਵੱਡਾ ਅਮੀਰ ਸ਼ਾਹੂਕਾਰ ਦਾਨੀ ਪੁਰਸ਼ ਉਹ ਲੰਘ ਰਿਹਾ ਸੀ। ਉਹਦੇ ਨਾਲ ਉਹਦੇ ਅਹਿਲਕਾਰ ਵੀ ਸਨ, ਤੇ ਉਸ ਅਮੀਰ ਦਾਨੀ ਪੁਰਸ਼ ਦੀ ਨਜ਼ਰ ਉਸ ਗਰੀਬ ਘਾਈ ਤੇ ਪੈ ਗਈ। ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ ਵੀ ਇਹ ਬੰਦਾ ਬੜਾ ਗਰੀਬ ਹੈ, ਇਹਦੇ ਤਨ ਤੇ ਕੱਪੜੇ ਵੀ ਚੰਗੇ ਨਹੀਂ, ਪਤਾ ਨਹੀਂ ਗੁਜ਼ਾਰਾ ਕਿਵੇਂ ਕਰਦਾ ਹੋਵੇਗਾ ਰੋਜ਼। ਤੇ ਕਹਿੰਦੇ ਹਾਂ ਆਪਾਂ ਇਹਦੀ ਮਦਦ ਕਰੀਏ, ਇਹਨੂੰ ਕੁਝ ਧਨ ਦੇ ਦਈਏ ਤਾਂ ਕਿ ਇਹਦੀ ਗਰੀਬੀ ਤੇ ਕੰਗਾਲੀ ਜਿਹੜੀ ਹੈ ਕੱਟੀ ਜਾਏ। ਹੁਣ ਇਹ ਸਲਾਹ ਮਸ਼ਵਰਾ ਕਰਦੇ ਸਨ ਤਾਂ ਇਹ ਗੱਲ ਜਿਹੜੀ ਹੈ ਕਿਸੇ ਕੰਜੂਸ ਬੰਦੇ ਦੇ ਕੰਨ 'ਚ ਪੈ ਗਈ, ਜਿਹਦੇ ਕੋਲ ਮਾਇਆ ਤੇ ਬਹੁਤ ਸੀ, ਪਰ ਬੜਾ ਕਿਰਪਣ ਹੈ, ਕੰਜੂਸ ਹੈ, ਧਨ ਦੇ ਲਾਲਚ ਵਿੱਚ ਬਹੁਤਾ ਜ਼ਿਆਦਾ ਫਸਿਆ ਹੋਇਆ ਹੈ। ਉਹ ਅਮੀਰ ਸ਼ਾਹੂਕਾਰ ਜਿਹੜਾ ਦਾਨੀ ਪੁਰਸ਼ ਸੀ ਨਾ, ਉਹ ਕਹਿੰਦਾ ਚਲੋ ਜਦੋਂ ਆਪਾਂ ਕੱਲ ਨੂੰ ਇੱਧਰ ਆਵਾਂਗੇ, ਇੱਧਰੋਂ ਲੰਘੇ ਤਾਂ ਇਹਨੂੰ ਆਪਾਂ ਧਨ ਦੇ ਕੇ ਜਾਵਾਂਗੇ ਬਹੁਤ ਸਾਰਾ, ਤਾਂ ਕਿ ਇਹਦੀ ਗਰੀਬੀ ਤੇ ਕੰਗਾਲੀ ਕੱਟੀ ਜਾਏ। ਉਹ ਸਲਾਹ ਕਰਦਿਆਂ ਅਮੀਰ ਦਾਨੀ ਪੁਰਸ਼ ਅੱਗੇ ਚਲਿਆ ਗਿਆ। ਇਹ ਜਿਹੜਾ ਕੰਜੂਸ ਬੰਦਾ ਸੀ ਕਿਰਪਨ, ਇਹਦੇ ਕੰਨ ਵਿੱਚ ਜਦੋਂ ਗੱਲ ਪਈ ਕਿ ਕੱਲ ਨੂੰ ਇਹਨਾਂ ਨੇ ਇੱਧਰੋਂ ਲੰਘਣਾ ਹੈ, ਇਸ ਗਰੀਬ ਘਾਈ ਨੂੰ ਬਹੁਤ ਸਾਰਾ ਧਨ ਦੇ ਕੇ ਜਾਣਾ ਹੈ, ਇਹ ਉਸ ਘਾਈ ਦੇ ਕੋਲ ਚਲਿਆ ਗਿਆ। ਕਹਿੰਦਾ ਜੀ ਤੁਸੀਂ ਐਵੇਂ ਧੁੱਪ ਵਿੱਚ ਬੈਠੇ ਘਾਹ ਖੋਤ ਰਹੇ, ਪਰੇਸ਼ਾਨ ਹੋ ਰਹੇ ਹੋ, ਛੱਡੋ
ਤੁਸੀਂ ਮੇਰੇ ਕੋਲੋਂ ਕੁਝ ਮਾਇਆ ਲੈ ਲਓ, ਆਪਣੇ ਪੱਲੀ ਦਾਤਰੀ ਇਹ ਤੁਸੀਂ ਮੈਨੂੰ ਦੇ ਦਿਓ ਸਾਰੇ ਆਪਣੇ ਸਮਾਨ, ਤੇ ਮੈਂ ਆਪੇ ਘਾਹ ਦੀ ਪੰਡ ਬੰਨ੍ਹ ਕੇ ਲੈ ਆਵਾਂਗਾ, ਤੁਸੀਂ ਜਾ ਕੇ ਆਰਾਮ ਕਰੋ। ਉਹ ਗਰੀਬ ਭਾਈ ਨੂੰ ਪਤਾ ਨਹੀਂ ਸੀ ਕਿ ਇਹ ਤੇ ਮੇਰੇ ਨਾਲ ਕੋਈ ਚਾਲ ਖੇਡ ਰਿਹਾ ਹੈ। ਉਹ ਕਹਿੰਦਾ ਜੀ ਠੀਕ ਹੈ। ਇਸ ਕੰਜੂਸ ਬੰਦੇ ਨੇ ਕੁਝ ਕੁ ਮਾਇਆ ਦੇ ਕੇ ਉਹਨੂੰ ਘਰ ਨੂੰ ਤੋਰ ਦਿੱਤਾ। ਉਹਦੀ ਦਾਤਰੀ ਤੇ ਪੱਲੀ ਲੈ ਕੇ ਅਗਲੇ ਦਿਨ ਆਪ ਉਸੇ ਥਾਂ ਤੇ ਆ ਕੇ ਉਹੋ ਜਿਹਾ ਹੁਲੀਆ ਬਣਾ ਕੇ ਘਾਹ ਖੋਤਣ ਲੱਗ ਪਿਆ ਕਿ ਜਦੋਂ ਉਹ ਅਮੀਰ ਦਾਨੀ ਬੰਦਾ ਲੰਘੇਗਾ ਤੇ ਮੈਨੂੰ ਬਹੁਤ ਸਾਰਾ ਧਨ ਦੇ ਕੇ ਜਾਏਗਾ। ਤੇ ਸਾਧ ਸੰਗਤ ਹੋਇਆ ਕਿ ਹੁਣ ਇਹਨੇ ਕਦੇ ਗਰਮੀ ਵਿੱਚ ਇਹਨੇ ਸਿਖਰ ਦੁਪਹਿਰੇ ਕੰਮ ਨਹੀਂ ਸੀ ਕੀਤਾ, ਤੇ ਜਦੋਂ ਸਿਖਰ ਦੁਪਹਿਰਾ ਹੋਇਆ ਘਾਹ ਖੋਤਣ ਲੱਗਾ ਬਹਿ ਕੇ, ਕਹਿੰਦੇ ਸਿਖਰ ਦੁਪਹਿਰੇ ਬਹੁਤ ਪਿਆਸ ਲੱਗੀ, ਕੰਮ ਨਾ ਕੀਤਾ ਜਾਏ। ਦੁਖੀ ਹੋ ਕੇ ਪਰੇਸ਼ਾਨ ਹੋ ਕੇ ਕਹਿਣ ਲੱਗਾ ਪਤਾ ਨਹੀਂ ਕਦੋਂ ਉਹ ਅਮੀਰ ਬੰਦਾ ਆਏਗਾ, ਕਦੋਂ ਪੈਸਾ ਦੇ ਕੇ ਜਾਏਗਾ। ਕਹਿੰਦੇ ਬੈਠਾ ਇੰਤਜ਼ਾਰ ਕਰਦਾ ਰਿਹਾ, ਗਰਮੀ ਨਾ ਝੱਲੀ ਗਈ, ਉੱਠ ਕੇ ਤੁਰਨ ਲੱਗਾ। ਕਹਿੰਦਾ ਉਧਰੋਂ ਤੇਜ਼ ਹਨੇਰੀ ਆਈ, ਹਨੇਰੀ ਦੇ ਨਾਲ ਵਾਵ ਰੋਲਿਆਂ ਦੇ ਵਿੱਚ ਘਿਰ ਗਿਆ ਤੇ ਘਿਰ ਕੇ ਇੱਕ ਖੂਹ ਦੇ ਵਿੱਚ ਜਾ ਕੇ ਡਿੱਗ ਪਿਆ। ਕਹਿੰਦੇ ਹੁਣ ਖੂਹ ਦੇ ਵਿੱਚ ਜਾ ਕੇ ਡਿੱਗ ਪਿਆ, ਆਵਾਜ਼ਾਂ ਮਾਰਦਾ ਹੈ, ਆਂਦਾ ਮੈਨੂੰ ਬਾਹਰ ਕੱਢ ਲਓ, ਮੈਂ ਖੂਹ ਵਿੱਚ ਡਿੱਗ ਪਿਆ, ਇੱਥੇ ਫਸ ਗਿਆ, ਨਿਕਲਣ ਦਾ ਕੋਈ ਚਾਰਾ ਨਹੀਂ। ਤੇ ਸਾਧ ਸੰਗਤ ਇੰਨੀ ਦੇਰ ਨੂੰ ਉਹ ਅਮੀਰ, ਉਹ ਦਾਨੀ ਪੁਰਸ਼ ਸ਼ਾਹੂਕਾਰ ਵੀ ਆ ਗਿਆ। ਉਹਨੇ ਆਸੇ ਪਾਸੇ ਨਜ਼ਰ ਮਾਰੀ, ਕਹਿੰਦਾ ਘਾਈ ਇੱਥੇ ਕੱਲ ਬੈਠਾ ਸੀ, ਅੱਜ ਨਜ਼ਰ ਨਹੀਂ ਆਉਂਦਾ। ਖੂਹ ਦੇ ਵਿੱਚੋਂ ਜਦੋਂ ਆਵਾਜ਼ਾਂ ਸੁਣੀਆਂ, ਕਹਿੰਦਾ ਕਿਤੇ ਖੂਹ ਵਿੱਚ ਨਾ ਡਿੱਗ ਪਿਆ ਹੋਵੇ। ਆਵਾਜ਼ਾਂ ਆ ਰਹੀਆਂ ਨੇ, ਜਦੋਂ ਆਵਾਜ਼ਾਂ ਸੁਣੀਆਂ ਕਹਿੰਦਾ ਤੂੰ ਘਾਈ ਹੈ? ਕਹਿੰਦਾ ਜੀ ਨਹੀਂ, ਮੈਂ ਘਾਈ ਤਾਂ ਨਹੀਂ ਹਾਂ, ਪਰ ਮੈਨੂੰ ਮੇਰੀ ਕੀਤੀ ਦਾ ਫਲ ਮਿਲ ਗਿਆ। ਮੈਂ ਉਸ ਗਰੀਬ ਘਾਈ ਨੂੰ ਮਿਲਣ ਵਾਲੀ ਮਾਇਆ ਆਪ ਹੜੱਪ ਕਰਨੀ ਚਾਹੁੰਦਾ ਸਾਂ, ਮਾਇਆ ਦੇ ਮੋਹ ਵਿੱਚ ਮੈਂ ਪੈ ਗਿਆ ਸਾਂ, ਜਿਸ ਕਰਕੇ ਮੈਨੂੰ ਕੁਦਰਤੀ ਸਜ਼ਾ ਮਿਲ ਗਈ ਹੈ। ਸਿਖਰ ਦੁਪਹਿਰੇ ਦੀ ਗਰਮੀ ਝੱਲੀ ਨਹੀਂ ਗਈ ਤੇ ਹੁਣ ਮੈਂ ਹਵਾ ਦੇ ਕਰਕੇ ਵਾਵ ਰੋਲੇ ਕਰਕੇ ਖੂਹ ਵਿੱਚ ਆਣ ਕੇ ਡਿੱਗ ਪਿਆ। ਕਹਿੰਦੇ ਮੈਨੂੰ ਸਮਝ ਆ ਗਈ ਹੈ ਕਿ ਜਦੋਂ ਬੰਦਾ ਲੋਭ ਦੇ ਵਸ ਪੈ ਜਾਏ, ਕਿਸੇ ਨਾਲ ਧੱਕਾ ਕਰੇ, ਫਰੇਬ ਕਰੇ, ਤੇ ਲੋਭ ਦੇ ਵਸ ਪੈ ਕੇ ਬੰਦਾ ਮਾਇਆ ਦੇ ਮੋਹ ਵਿੱਚ ਪੈ ਕੇ ਦੁਖੀ ਹੁੰਦਾ ਏ। ਕਹਿੰਦਾ ਮੈਂ ਖੂਹ ਵਿੱਚ ਡਿੱਗ ਪਿਆ, ਕਿਰਪਾ ਕਰਕੇ ਮੈਨੂੰ ਖੂਹ ਤੋਂ ਬਾਹਰ ਕੱਢ ਲਓ, ਹੋਰ ਕੁਝ ਵੀ ਮੈਨੂੰ ਨਹੀਂ ਚਾਹੀਦਾ। ਇਹ ਮਾਇਆ ਦਾ ਅਸਲੀ ਹੱਕਦਾਰ ਉਹ ਗਰੀਬ ਘਾਈ ਹੀ ਹੈ, ਜਿਹੜਾ ਉਹਦਾ ਹੱਕ ਹੈ ਉਹਨੂੰ ਦੇ ਦਿੱਤਾ ਜਾਏ। ਮੈਨੂੰ ਸਮਝ ਆ ਗਈ ਹੈ, ਥੋੜੇ ਜਿਹੇ ਲਾਲਚ ਕਰਕੇ ਏਡੀ ਸਜ਼ਾ ਮੈਨੂੰ ਮਿਲੀ ਹੈ, ਜੇ ਹੋਰ ਬਹੁਤਾ ਲਾਲਚ ਕਰਾਂਗਾ ਤੇ ਕਿਤੇ ਜ਼ਿੰਦਗੀ ਤੋਂ ਹੱਥ ਨਾ ਧੋਣੇ ਪੈ ਜਾਣ। ਤੇ ਸੱਚਮੁੱਚ ਜਦੋਂ ਬੰਦਾ ਕਿਤੇ ਠੋਕਰ ਵੱਜਦੀ, ਬੰਦੇ ਨੂੰ ਦੁੱਖ ਆਉਂਦਾ ਜ਼ਿੰਦਗੀ ਵਿੱਚ, ਕਿਤੇ ਕਸ਼ਟ ਮਿਲਦਾ ਹੈ, ਫਿਰ ਸਮਝ ਆਉਂਦੀ ਹੈ ਕਿ ਮੈਂ ਤੇ ਮਾਇਆ ਦੇ ਮੋਹ ਵਿੱਚ ਪੈ ਕੇ, ਲਾਲਚ ਵਿੱਚ ਪੈ ਕੇ, ਵਾਹਿਗੁਰੂ ਨੂੰ ਵਿਸਾਰ ਕੇ ਪਤਾ ਨਹੀਂ ਕੀ ਕੀ ਅਡੰਬਰ ਰਚਦਾ ਰਿਹਾ, ਕੀ ਕੀ ਪਾਪੜ ਵੇਲਦਾ ਰਿਹਾ ਮਾਇਆ ਵਾਸਤੇ। ਤੇ ਇਹ ਮਾਇਆ ਜਿਹਦੇ ਕਰਕੇ ਮੈਂ ਗੁਰੂ ਤੋਂ ਵੀ ਬੇਮੁਖ ਹੋ ਗਿਆ, ਸੰਸਾਰ ਦੇ ਨਾਲ ਵੀ ਠੱਗੀਆਂ ਕੀਤੀਆਂ। ਅੱਜ ਇਹ ਮਾਇਆ ਮੇਰੇ ਨਾਲ ਨਿਭਣ ਵਾਲੀ ਨਹੀਂ, ਮੇਰੇ ਨਾਲ ਰਹਿਣ ਵਾਲੀ ਨਹੀਂ। ਇਹਦਾ ਖਸਮ, ਇਹਦਾ ਮਾਲਕ ਕੋਈ ਹੋਰ ਬਣ ਜਾਏਗਾ ਕੱਲ ਨੂੰ। ਤੇ ਉਸ ਵੇਲੇ ਬੰਦਾ ਪਛਤਾਵਾ ਕਰਦਾ ਹੋਇਆ ਅਰਦਾਸ ਕਰਦਾ ਹੈ, ਕਹਿੰਦਾ ਹੈ ਵਾਹਿਗੁਰੂ ਕਿਰਪਾ ਕਰਕੇ ਇਸ ਮੋਹ ਦੇ ਚਿੱਕੜ ਵਿੱਚੋਂ ਮੈਨੂੰ ਬਾਹਰ ਕੱਢ ਲਓ। ਤੇ ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਇਹ ਬੇਨਤੀ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ, ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ
तेरा ही आसरा है, तू आप कृपा करके भवजल तो बाहर कढ़ लै। ते पौड़ी दे अंदर महाराज कृपा कर दे, खेलत खेलत आयो अनक जोन दुख पाए। कहंदे माया दियां खेडां खेडदियां होइयां बड़ियां लंबियां उम्रां भोग लईयां, कई जुग बीत गए ने इस तरह विचरदियां होइयां, अनेका जूनियां विच रह के आए हैं, बड़े दुख पाए ने। खेद मिटे साधु मिलत, सतगुर बचन समाए। पर महाराज कहते हुण साडा सारा दुख जिहड़ा है ना वो मिट गया है। खेद कहते ने दुख नूं, कहते सारा दुख मिट गया है, क्योंकि हुण सतगुरु दी चरण शरण विच आ गए हैं, गुरु के बचन हिरदे विच समा गए ने। समझ लग गई है माया ममता मोहनी, जिन विण दंता जग खाया। मनमुख खादे गुरमुख उबरे, जिनी सच नाम चित लाया। बिन नामे जग कमला फिरै, गुरमुख नदरी आया। समझ आ गई हुण गुरु के वचन हिरदे विच वस गए ने। हुण माया दे मोह वाला दुख जिहड़ा है वो खत्म हो गया। महाराज अगे कहते ने, खिमा गही सच संचियो, खायो अमृत नाम। खिमा कहते ने गरीबी धारण कर लैनी। ये गरीबी जिहड़ी है ना मन की एक अवस्था है, अत निमरता दे विच रहना। गरीबी का भाव ये नहीं कि पाटे कपड़े पाए हुए ने, आर्थिक हालत मंदी है, एक वो गरीबी हुंदी है। एक गरीबी है मन की एक अवस्था है, अत निमरता धारण करनी। ते संसार दे अंदर ऐसे बड़े मनुख तुहानूं मिल जाणगे जिहड़े इन्ने ज़्यादा निमाणे होणगे, निमरता वाले होणगे। उन्हां दा जीवन वेख के तुहानूं इउं जापेगा कि इन्हां दे उपर गुरु की बहुत वड्डी किरपा है। क्योंकि गुरु की किरपा होवे तां ही हिरदे की गरीबी की दात मिलती है। क्योंकि ये दात केवल गुरु दे कोलों ही प्राप्त हुंदी है। मनुख अपने यतन करके प्राप्त नहीं कर सकता। मनुख की हालत तां ये बनी हुई है, जब कछ पावै तब गर्भ करत है, माया गई तब रोवण लगत है। मनुख ते हंकार नाल ही भरिया होया है। ये गरीबी की दात सतगुरु दे कोलों मिलती है। ते भाई गुरदास जी भी कहते ने, मैं उन्हां गुरसिखां तो कुर्बान जांदा जिहड़े गुरु दे कोलों ये गरीबी की दात प्राप्त करते ने। हों तिस घोल घुमाया गुरमत हृदय गरीबी आवे। जिन्हां ने हिरदे विच गुरमत नूं वसा लिया ते गरीबी धारण कीती, निर्माणता धारण कीती। सतगुरु कहंदे ने हुण ये निमरता धारण कर लई है। सच संचियो, सच की है? परमेश्वर दा नाम। कहंदे नाम नूं असीं संचियो तो भाव इकट्ठा करना शुरू कर दिता है। खायो अमृत नाम, कहंदे असीं अमृत नाम जिहड़ा है उहनूं खाधा है। खाण तो भाव है वाहिगुरू दा नाम अमृत, रसना दे नाल जपना, उस रस नूं मानना। जिथे पहला खाण पीण ते खेडण दे विच माया दे धंधिਆਂ विच असीं लगे होए सी, उथे गुरु दी मेहर सदका हुण नाम अमृत दा रस प्राप्त कर रहे हाँ। खरी किरपा ठाकुर भई, आनंद सुख विश्राम। खरी किरपा तो भाव गुरु दी बहुत वड्डी मेहर होनी। गुरु दी किरपा, गुरु दी बख्शिश वरतनी। कहंदे गुरु दी मेहर हो गई,
ਜਿਹੜੀ ਅਰਦਾਸ ਅਸੀਂ ਕੀਤੀ ਸੀ, ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ, ਉਹ ਅਰਦਾਸ ਸਾਡੀ ਹੁਣ ਸੁਣੀ ਗਈ ਹੈ, ਗੁਰੂ ਦੀ ਕਿਰਪਾ ਵਰਤੀ ਹੈ। ਹੁਣ ਜ਼ਿੰਦਗੀ ਦੇ ਅੰਦਰ ਸੁੱਖ ਆ ਗਿਆ ਹੈ, ਆਨੰਦ ਆ ਗਿਆ ਹੈ। ਵਿਸ਼ਰਾਮ ਕਹਿੰਦੇ ਨੇ ਟਿਕਾ ਵਾਲੀ ਅਵਸਥਾ। ਜਿਵੇਂ ਬੱਚਿਆਂ ਨੂੰ ਘਰ ਵਿੱਚ ਆਪਾਂ ਆਮ ਤੌਰ ਤੇ ਕਹਿੰਦੇ ਆ, ਬੱਚਾ ਜਿਹੜਾ ਬੜਾ ਚੰਚਲ ਹੁੰਦਾ ਹੈ, ਉਹ ਭੱਜੀ ਜਾਂਦਾ ਹੈ, ਕਦੇ ਇੱਧਰ ਭੱਜਦਾ ਕਦੇ ਇੱਧਰ ਦੌੜਦਾ ਫਿਰਦਾ ਹੈ। ਤੇ ਕਈ ਵਾਰ ਉਹਨਾਂ ਨੂੰ ਕਹਿਣਾ ਪੈਂਦਾ ਵੀ ਤੈਨੂੰ ਟਿਕਾ ਨਹੀਂ ਆਉਂਦਾ, ਤੂੰ ਟਿਕ ਕੇ ਬਹਿ ਨਹੀਂ ਸਕਦਾ। ਮਨੁੱਖ ਦੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੈ, ਭੱਜ ਦੌੜ ਲੱਗੀ ਹੋਈ ਹੈ, ਲੋੜਾਂ ਤੇ ਪੂਰੀਆਂ ਹੋ ਗਈਆਂ ਨੇ, ਫਿਰ ਵੀ ਬੰਦਾ ਭੱਜੇ ਫਿਰਦਾ ਹੈ, ਟਿਕਾ ਨਹੀਂ ਹੈ ਜ਼ਿੰਦਗੀ ਅੰਦਰ। ਤੇ ਸਤਿਗੁਰੂ ਕਹਿੰਦੇ ਹੁਣ ਵਿਸ਼ਰਾਮ ਟਿਕਾ ਵਾਲੀ ਅਵਸਥਾ ਆ ਗਈ। ਖੇਪ ਨਿਵਾਹੀ ਬਹੁਤ ਲਾਭ, ਘਰ ਆਏ ਪਤਵੰਤ। ਖੇਪ ਨਿਵਾਹੀ ਤੋਂ ਭਾਵ ਹੈ ਜੋ ਅਸੀਂ ਸੰਸਾਰ ਤੇ ਇਹ ਕੀਮਤੀ ਮਨੁੱਖਾ ਦੇ ਪ੍ਰਾਪਤ ਕਰਕੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ, ਜਿਸ ਕਾਰਜ ਵਾਸਤੇ ਆਏ ਸੀ ਉਹ ਕਾਰਜ ਸਿਰੇ ਚੜ ਜਾਣਾ, ਉਹ ਕਾਰਜ ਸਿਰੇ ਚੜ ਜਾਣਾ। ਤਾਂ ਬਾਣੀ ਦੇ ਵਿੱਚ ਮਹਾਰਾਜ ਸਮਝਾਉਂਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਹਿੰਦੇ ਜੇ ਤੂੰ ਗੁਰੂ ਦੀ ਸੇਵਾ ਕਰਕੇ ਭਗਤੀ ਕਰੇ, ਗੁਰੂ ਦੀ ਦਸੀ ਸੇਵਾ ਕਮਾ ਲਵੇਂ, ਭਗਤੀ ਵਿੱਚ ਜੁੜ ਜਾਏ, ਤਾਂ ਹੀ ਸਮਝਾਂਗੇ ਤੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ, ਤਾਂ ਹੀ ਮੰਨਿਆ ਜਾਏਗਾ। ਤੇ ਜੇ ਤੂੰ ਇਹ ਕਾਰਜ ਨਹੀਂ ਕਰ ਸਕਿਆ, ਮਾਇਆ ਦੀਆਂ ਖੇਡਾਂ ਖੇਡਦਾ ਰਿਹਾ, ਤੇ ਸਤਿਗੁਰੂ ਕਹਿੰਦੇ ਫਿਰ ਇਹ ਖੇਪ ਨਿਭੇਗੀ ਨਹੀਂ, ਗੱਲ ਸਿਰੇ ਨਹੀਂ ਚੜ੍ਹਨੀ। ਕਹਿੰਦੇ ਗੁਰੂ ਦੀ ਮਿਹਰ ਦੇ ਸਦਕਾ ਖੇਪ ਨਿਵਾਹੀ ਬਹੁਤ ਲਾਭ। ਜਦੋਂ ਬੰਦਾ ਘਰੋਂ ਤੁਰਦਾ ਹੈ ਨਾ, ਕੁਝ ਮਾਇਆ ਜੇਬ ਦੇ ਵਿੱਚ ਪਾ ਕੇ ਤੁਰਦਾ ਹੈ, ਕਹਿੰਦਾ ਇੰਨੇ ਕੁ ਪੈਸੇ ਲੈ ਕੇ ਚੱਲਿਆ, ਇੰਨੀ ਕੁ ਵਸਤ ਖਰੀਦਾਂ, ਅੱਗੇ ਜਾ ਕੇ ਵੇਚਾਂਗਾ, ਵਿੱਚੋਂ ਇੰਨਾ ਮੁਨਾਫਾ ਹੋਏਗਾ, ਲਾਭ ਹੋਏਗਾ। ਇਸੇ ਤਰ੍ਹਾਂ ਸੰਸਾਰ ਤੇ ਜੀਵ ਆਇਆ, ਸਵਾਸਾਂ ਦੀ ਪੂੰਜੀ ਲੈ ਕੇ ਆਇਆ, ਇਹ ਕੀਮਤੀ ਸਮਾਂ ਮਿਲਿਆ ਇਸ ਨੂੰ, ਇੰਨੇ ਕੁ ਸਮੇਂ ਵਿੱਚ ਇੰਨਾ ਕੁ ਕਰਮ ਕਰਕੇ ਇੰਨਾ ਕੁ ਲਾਹਾ ਪ੍ਰਾਪਤ ਕਰਨਾ ਸੀ। ਕਹਿੰਦੇ ਕਈ ਮਨੁੱਖ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਭਾਗ ਵਾ ਕੇ ਜਾਂਦੇ ਨੇ, ਤੇ ਕਈ ਜੀਵਨ ਦੀ ਬਾਜੀ ਜਿੱਤ ਕੇ ਸੰਸਾਰ ਤੋਂ ਜਾਂਦੇ ਨੇ। ਕਹਿੰਦੇ ਗੁਰੂ ਦੀ ਮਿਹਰ ਸਦਕਾ ਲਾਭ ਪ੍ਰਾਪਤ ਹੋਇਆ ਹੈ, ਨਾਮ ਰੂਪੀ ਧਨ ਮਿਲ ਗਿਆ। ਪਤਵੰਤ ਦਾ ਅਰਥ ਇੱਜ਼ਤ ਸਹਿਤ ਸ਼ੋਭਾ ਦੇ ਨਾਲ ਅਸੀਂ ਆਪਣੇ ਹੁਣ ਘਰ ਨੂੰ ਜਾ ਰਹੇ ਹਾਂ। ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ। ਕਹਿੰਦੇ ਗੁਰੂ ਨੇ ਸਦਾ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਿਲਾਸਾ ਦਿੱਤਾ ਹੈ, ਭਰੋਸਾ ਦਿੱਤਾ ਹੈ, ਵਿਸ਼ਵਾਸ ਪੱਕਾ ਕੀਤਾ ਹੈ। ਗੁਰੂ ਨੇ ਇਹ ਵਿਸ਼ਵਾਸ ਸਾਡਾ ਕਾਇਮ ਕੀਤਾ। ਗੁਰੂ ਨੇ ਆਖਿਆ ਜਾ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਇਹ ਵਿਸ਼ਵਾਸ ਦਿਵਾਇਆ ਗੁਰੂ ਨੇ ਕਿ ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਰਹੋ, ਜਨਮ ਮਰਨ ਦਾ ਗੇੜ ਕੱਟਿਆ ਜਾਏਗਾ। ਇਸ ਭਰੋਸੇ ਦੇ ਨਾਲ ਕਹਿੰਦੇ ਸੱਚੀ ਮੁੱਚੀ ਅੱਜ ਵਾਹਿਗੁਰੂ ਦੇ ਨਾਲ ਮੇਲ ਹੋ ਗਿਆ। ਇਹ ਗੁਰੂ ਦੀ ਕਿਰਪਾ ਵਰਤੀ ਹੈ। ਆਪਨ ਕੀਆ ਕਰੈ ਆਪ, ਆਗੈ ਪਾਛੈ ਆਪ। ਕਹਿੰਦੇ ਸਾਰਾ ਕੁਝ ਅਕਾਲ ਪੁਰਖ ਦੀ ਕਿਰਪਾ ਨਾਲ ਹੋਇਆ ਹੈ। ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਉਹੀ ਲੋਕ ਤੇ ਪਰਲੋਕ ਵਿੱਚ ਸਭ ਥਾਵਾਂ ਤੇ ਸਾਡਾ ਆਪ ਸਹਾਈ ਬਣਦਾ ਹੈ। ਨਾਨਕ ਸੋ ਸਰਾਹੀਐ, ਜੇ ਘਟ ਘਟ ਰਹਾ ਬਿਆਪ। ਤੇ ਗੁਰੂ ਨਾਨਕ ਸਾਹਿਬ ਪੰਜਵੇਂ ਸਰੂਪ ਦੇ ਅੰਦਰ ਬੇਨਤੀ ਕਰਦੇ ਨੇ, ਹੈ ਨਾਨਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ
ਸਲਾਉਣਾ ਚਾਹੀਦਾ ਹੈ, ਉਹਦੀ ਹੀ ਮਹਿਮਾ ਗਾਉਣੀ ਚਾਹੀਦੀ ਹੈ ਜਿਹੜਾ ਸਾਰਿਆਂ ਘਟਾਂ ਵਿੱਚ ਵਿਆਪਕ ਹੈ। ਸੋ ਆਪਾਂ ਵੀ ਯਤਨ ਕਰੀਏ, ਉਸ ਵਾਹਿਗੁਰੂ ਦੀ ਬੰਦਗੀ ਵਿੱਚ ਜੁੜੀਏ, ਮਾਇਆ ਦੀਆਂ ਖੇਡਾਂ ਵਿੱਚੋਂ ਬਾਹਰ ਨਿਕਲ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰੂ ਕੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਕਰੀਏ। ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।